ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਹਿਰਾਸ ਸਾਹਿਬ ਦੇ ਅੰਦਰ ਚੌਪਈ ਸਾਹਿਬ ਜੀ ਦੀਆਂ 12 ਪੌੜੀਆਂ ਦਾ ਆਪਾਂ ਕੱਲ੍ਹ ਰਲ ਮਿਲ ਕਰਕੇ ਪਾਠ ਕੀਤਾ ਸੀ, ਨਾਲ ਵਿਚਾਰ ਕੀਤੀ ਸੀ। ਅੱਜ 13ਵੀਂ ਪੌੜੀ ਤੋਂ ਗੁਰੂ ਕਿਰਪਾ ਦੇ ਨਾਲ ਆਰੰਭ ਕਰਦੇ ਹਾਂ। ਪਹਿਲੀ ਪੌੜੀ ਦਾ ਪਾਠ ਕਰਾਂਗੇ, ਫਿਰ ਜਿਵੇਂ ਸਤਿਗੁਰੂ ਜੀ ਸਮੱਤ ਬਖਸ਼ਣਗੇ ਰਲ ਮਿਲ ਕਰਕੇ ਵਿਚਾਰ ਕਰਾਂਗੇ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਬ ਉਦ ਕਰਖ ਕਰਾ ਕਰ ਤਾਰਾ, ਪ੍ਰਜਾ ਧਰਤ ਤਬ ਦੇ ਅਪਾਰਾ। ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਅਸੀਂ ਜਦੋਂ ਪਾਠ ਕਰਦੇ ਹਾਂ ਲਗਾਤਾਰ ਤੇ ਇਸ ਤਰੀਕੇ ਦੇ ਨਾਲ ਉਚਾਰਨ ਕਰਦੇ ਹਾਂ ਕਿ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਤੁਮ ਅਤੇ ਮੈਂ ਦੋ ਅਲੱਗ ਅਲੱਗ ਅੱਖਰ ਹਨ। ਅਸੀਂ ਜਦੋਂ ਬੋਲਦੇ ਹਾਂ ਤੇ ਇੱਕ ਮੰਮਾ ਅੱਖਰ ਜਿਹੜਾ ਤੁਮ ਵਾਲਾ ਹੈ ਉਸ ਨੂੰ ਖਾ ਜਾਂਦੇ ਹਾਂ ਅਤੇ ਤੁਮ ਮੈਂ ਵਾਲੇ ਨੂੰ ਤੁਮੈ ਦੇ ਨਾਲ ਲਾ ਕੇ ਅਗਾਂਹ ਪੜ੍ਹ ਜਾਂਦੇ ਹਾਂ। ਅਤੇ ਜੇ ਅਸੀਂ ਤੁਮੈ ਪੜ੍ਹਾਂਗੇ ਤਾਂ ਤੁਮਾ ਇੱਕ ਫਲ ਹੈ ਬਹੁਤ ਕੌੜਾ। ਉਸ ਦੀ ਉਦਾਹਰਣ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਈ ਹੈ, ਅੱਕ ਧਤੂਰਾ ਨਿੰਮ ਫਲ। ਅੱਕ ਵੀ ਕੌੜਾ ਹੁੰਦਾ ਹੈ, ਧਤੂਰਾ ਵੀ ਕੌੜਾ ਹੁੰਦਾ ਹੈ, ਅਤੇ ਜਿਹੜਾ ਤੁਮੀ ਤੁਮਾ ਵਿਸ ਭਰੇ। ਅਤੇ ਤੁਮਾ ਜਿਹੜਾ ਹੁੰਦਾ ਹੈ ਇਹ ਵੀ ਵਿਸ਼ ਵਾਂਗ ਭਾਵ ਜ਼ਹਿਰ ਦੇ ਵਾਂਗ ਕੌੜਾ ਹੁੰਦਾ ਹੈ। ਜਿਹਨੇ ਖਾ ਕੇ ਦੇਖੀ ਹੋਵੇਗੀ ਉਹ ਤਾਂ ਹੋਣਾ ਨਹੀਂ ਸੰਸਾਰ 'ਤੇ, ਪਰ ਇੱਕ ਉਦਾਹਰਣ ਜ਼ਹਿਰ ਦੀ ਦਿੱਤੀ ਜਾਂਦੀ ਹੈ ਕਿ ਜ਼ਹਿਰ ਕੌੜੀ ਹੈ ਅਤੇ ਜ਼ਹਿਰ ਵਰਗਾ ਤੁਮਾ ਜਿਹੜਾ ਹੈ ਇਹ ਵੀ ਕੌੜਾ ਹੈ। ਇੱਕ ਲਗਭਗ ਕਿਲੋ ਕੁ ਦਾ ਇਸ ਦਾ ਆਕਾਰ ਹੁੰਦਾ ਹੈ। ਇਹ ਫਲ ਹੁੰਦਾ ਹੈ, ਪਹਾੜਾਂ ਦੇ ਵਿੱਚ ਮਿਲਦਾ ਹੈ, ਜਿਸ ਦੀਆਂ ਬਹੁਤ ਸਾਰੀਆਂ ਦਵਾਈਆਂ ਬਣਦੀਆਂ ਹਨ। ਪਰ ਇੱਥੇ ਹੈ ਤੁਮ ਮੈਂ। ਤੁਮ ਭਾਵ ਅਕਾਲ ਪੁਰਖ ਪਰਮਾਤਮਾ। ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਹੇ ਪ੍ਰਭੂ, ਜਦੋਂ ਤੇਰਾ ਮਨ ਹੋਇਆ ਤੂੰ ਆਪਣਾ ਵਿਸਥਾਰ ਕਰਨਾ ਚਾਹਿਆ, ਤੂੰ ਪ੍ਰਜਾ ਧਰਤ ਤਬ ਦੇ ਅਪਾਰਾ। ਤੂੰ ਸਾਰੀ ਸ੍ਰਿਸ਼ਟੀ ਦੀ ਪ੍ਰਜਾ ਦੀ ਰਚਨਾ ਕਰ ਦਿੱਤੀ। ਅਤੇ ਜਬ ਆ ਕਰਖ ਕਰਤ ਹੋ ਕਬੂ, ਜਦੋਂ ਤੇਰਾ ਮਨ ਹੋਇਆ ਕਿ ਸਾਰਾ ਕੁਝ ਸਮੇਟ ਲਵਾਂ, ਫਿਰ ਤੁਮ ਮੈਂ ਮਿਲਤ ਦੇਹ ਧਰ ਸਭੂ। ਤੂੰ ਸਾਰਿਆਂ ਨੂੰ ਆਪਣੇ ਵਿੱਚ ਇੱਕ ਥਾਂ ਦੇ ਉੱਤੇ ਇਕੱਠਾ ਕਰਕੇ ਰੱਖ ਲਿਆ। ਜੇ ਤੇ ਬਦਨ ਸ੍ਰਿਸ਼ਟ ਸਭ ਧਾਰੈ। ਜਿੰਨੇ ਵੀ ਸ੍ਰਿਸ਼ਟੀ ਦੇ ਉੱਤੇ ਸਰੀਰ ਪੈਦਾ ਹੋਏ ਹਨ, ਆਪੋ ਆਪਣੀ ਬੂਝ ਉਚਾਰੇ। ਉਹ ਆਪੋ ਆਪਣੀ ਮੱਤ ਦੇ ਅਨੁਸਾਰ, ਆਪੋ ਆਪਣੀ ਸੂਝ ਬੂਝ ਦੇ ਨਾਲ ਤੇਰੇ ਗੁਣਾਂ ਨੂੰ ਵਰਣਨ ਕਰਦੇ ਹਨ, ਤੇਰੇ ਗੁਣ ਗਾਉਂਦੇ ਹਨ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਵੇਦ ਭੇਦ ਅਰ ਆਲਮ। ਵੇਦ ਤੋਂ ਭਾਵ ਹੈ ਧਾਰਮਿਕ ਗ੍ਰੰਥ, ਭੇਦ ਤੋਂ ਭਾਵ ਹੈ ਇਹ ਗੁੱਝਾ ਭੇਦ, ਇਹ ਸੋਝੀ। ਆਲਮ ਤੋਂ ਭਾਵ ਹੈ ਵਿਦਵਾਨ ਪੁਰਸ਼, ਆਲਮ ਫਜ਼ਲ ਵੀ ਕਹਿੰਦੇ ਹਨ। ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਹੇ ਪ੍ਰਭੂ, ਤੂੰ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਕੇ ਉਸ ਦੇ ਵਿੱਚ ਬੈਠਣ ਵਾਲਾ ਵੀ ਹੈ ਅਤੇ
ਰਹਿਤ ਨਿਰਾਲਮ, ਉਸ ਤੋਂ ਨਿਰਲੇਪ ਰਹਿਣ ਵਾਲਾ ਵੀ ਹੈ। ਅਤੇ ਇਸ ਗੱਲ ਦੇ ਭੇਦ ਨੂੰ ਵੱਡੇ ਧਾਰਮਿਕ ਗ੍ਰੰਥ ਜਾਂ ਜਿਹੜੇ ਵਿਦਵਾਨ ਪੁਰਸ਼ ਹਨ, ਆਲਮ ਫਾਜ਼ਲ ਹਨ, ਉਹ ਇਸ ਭੇਦ ਨੂੰ ਗੁਣੀ ਜਨ ਜਾਣਦੇ ਹਨ ਕਿ ਪ੍ਰਮਾਤਮਾ ਸਾਰਿਆਂ ਦੇ ਵਿੱਚ ਰਮਿਆ ਹੋਇਆ ਵੀ ਹੈ ਅਤੇ ਉਹ ਨਿਰਾਲਮ ਵੀ ਹੈ, ਨਿਰਆਕਾਰ ਵੀ ਹੈ, ਸਾਰਿਆਂ ਤੋਂ ਰਹਿਤ ਵੀ ਰਹਿਣ ਵਾਲਾ ਹੈ। ਨਿਰੰਕਾਰ, ਨਿਰਵਿਕਾਰ, ਨਿਰਲੰਭ, ਆਦਿ, ਅਨੀਲ, ਅਨਾਦ, ਅਸੰਭ। ਪਰਮਾਤਮਾ ਉਹ ਨਿਰਆਕਾਰ ਹੈ, ਨਿਰਵਿਕਾਰ, ਉਸ ਦੇ ਉੱਤੇ ਕੋਈ ਦੋਸ਼ ਵੀ ਨਹੀਂ ਹੈ। ਪਰਮਾਤਮਾ ਵਿਕਾਰਾਂ ਤੋਂ, ਦੋਸ਼ਾਂ ਤੋਂ ਵੀ ਰਹਿਤ ਹੈ। ਨਿਰਲੰਭ, ਸਾਨੂੰ ਕਿਸੇ ਨਾ ਕਿਸੇ ਉੱਤੇ ਆਸਰਾ ਹੈ, ਸਾਡਾ ਕੋਈ ਨਾ ਕੋਈ ਆਧਾਰ ਹੈ, ਪਰ ਪਰਮਾਤਮਾ ਦਾ ਕੋਈ ਆਧਾਰ, ਕੋਈ ਹੋਰ ਦੂਸਰਾ ਆਸਰਾ ਵੀ ਨਹੀਂ ਹੈ। ਉਹ ਆਦਿ ਤੋਂ ਹੈ, ਭਾਵ ਸ੍ਰਿਸ਼ਟੀ ਦੇ ਮੁੱਢ ਤੋਂ ਪਹਿਲਾਂ ਦਾ ਹੈ। ਅਨੀਲ ਹੈ, ਉਸ ਦਾ ਕੋਈ ਵਿਸ਼ੇਸ਼ ਰੂਪ ਰੰਗ ਨਹੀਂ ਹੈ। ਅਨਾਦ ਹੈ, ਉਸ ਦੇ ਜੰਮਣ ਦਾ ਵੀ ਕਿਸੇ ਨੂੰ ਨਹੀਂ ਪਤਾ। ਅਨਆਦ ਹੈ, ਭਾਵ ਉਸ ਦੇ ਜਨਮ ਦੀ ਤਰੀਕ, ਜਨਮ ਦਾ ਸਮਾਂ, ਦਿਨ, ਥਿਤ, ਵਾਰ, ਨਾ ਜੋਗੀ ਜਾਣੈ ਰੁੱਤ ਮਾਹ ਨਾ ਕੋਈ, ਉਸ ਦੇ ਜਨਮ ਦਾ ਸਮਾਂ ਵੀ ਕਿਸੇ ਨੂੰ ਨਹੀਂ ਪਤਾ। ਅਸੰਭ, ਉਹ ਆਪਣੇ ਆਪ ਤੋਂ ਪੈਦਾ ਹੋਇਆ ਹੈ, ਉਸ ਨੂੰ ਪੈਦਾ ਕਰਨ ਵਾਲਾ ਵੀ ਕੋਈ ਦੂਸਰਾ ਨਹੀਂ ਹੈ। ਅਸੀਂ ਪਿੱਛੇ ਪੜ੍ਹ ਕੇ ਹਾਂ ਅਜੂਨੀ ਸਹਿਭੰਗ, ਸਹਿਭੰਗ ਭਾਵ ਆਪਣੇ ਆਪ ਤੋਂ ਪੈਦਾ ਹੋਣ ਵਾਲਾ। ਅਸੰਭ, ਜਿਸ ਨੂੰ ਕੋਈ ਪੈਦਾ ਕਰਨ ਵਾਲਾ ਨਾ ਹੋਵੇ, ਉਹ ਕੇਵਲ ਅਤੇ ਕੇਵਲ ਇੱਕ ਅਕਾਲ ਪੁਰਖ ਪਰਮਾਤਮਾ ਆਪ ਹੀ ਆਪ ਹੈ। ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨਾ ਪਾਵਤ ਬੇਦਾ। ਮੂੜ ਤੋਂ ਭਾਵ ਹੈ ਮੂਰਖ। ਇਸ ਦੇ ਪੈਰ ਦੇ ਵਿੱਚ ਅੜਾੜੇ ਨੂੰ ਹਾਹਾ ਲੱਗਾ ਹੋਇਆ ਹੈ, ਭਾਵ ਕੋਈ ਮੂਰਖ ਮਨੁੱਖ ਇਹ ਯਤਨ ਕਰੇ ਕਿ ਮੈਂ ਪਰਮਾਤਮਾ ਦੇ ਭੇਦਾਂ ਨੂੰ, ਉਸਦੇ ਗੁਣਾਂ ਨੂੰ ਸੰਸਾਰ ਦੇ ਸਾਹਮਣੇ ਬੋਲ ਕੇ ਦੱਸ ਦੇਵਾਂ, ਅਤੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਉਹ ਬਹੁਤ ਵੱਡਾ ਮੂਰਖ ਹੈ। ਕਿਉਂਕਿ ਪਰਮਾਤਮਾ ਦੇ ਭੇਦਾਂ ਨੂੰ ਅਤੇ ਨਾ ਪਾਵਤ ਬੇਦਾ, ਵੱਡੇ ਵੱਡੇ ਧਾਰਮਿਕ ਗ੍ਰੰਥ, ਵੇਦ, ਸਿਮਰਤੀਆਂ ਜਾਂ ਹੋਰ ਜਿੰਨੇ ਵੀ ਧਾਰਮਿਕ ਗ੍ਰੰਥ ਹਨ, ਉਹ ਵੀ ਪਰਮਾਤਮਾ ਦੇ ਭੇਦਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਨਹੀਂ ਜਾਣ ਸਕੇ। ਤਾਕੋ ਕਰ ਪਾਹਨ ਅਨੁਮਾਨਤ, ਮਹਾਮੂੜ ਕਛ ਭੇਦ ਨਾ ਜਾਣਤ। ਮੂਰਖ ਮਨੁੱਖ ਜਿਹੜਾ ਕੁਝ ਵੀ ਨਹੀਂ ਜਾਣਦਾ। ਆਪਾਂ ਪਿੱਛੇ ਪੜ੍ਹ ਕੇ ਆਏ ਕਿ ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਦੁਨੀਆ ਦੇ ਵੱਡੇ ਵੱਡੇ ਗਿਆਨੀ ਪੁਰਸ਼, ਵਿਦਵਾਨ ਪੁਰਸ਼, ਸੁਰਤੀਆਂ ਟਿਕਾਉਣ ਵਾਲੇ ਸਾਧੂ ਮੁਨੀ ਜਿੰਨੇ ਵੀ ਹਨ, ਇਹ ਸਾਰੇ ਇਕੱਠੇ ਇੱਕ ਥਾਂ ਬੈਠ ਕੇ ਵੀ ਪਰਮਾਤਮਾ ਦੇ ਗੁਣ ਗਾਉਣ ਅਤੇ ਉਸਦਾ ਇੱਕ ਤਿਲ ਜਿੰਨਾ ਵੀ ਗੁਣ ਪੂਰਨ ਤੌਰ 'ਤੇ ਨਹੀਂ ਗਾ ਸਕਦੇ। ਅਤੇ ਜੇ ਕੋਈ ਇੱਕ ਮਨੁੱਖ ਕਹੇ ਕਿ ਮੈਂ ਪਰਮਾਤਮਾ ਦੇ ਗੁਣ ਦੱਸ ਦਿੰਦਾ ਹਾਂ, ਅਤੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਮਹਾਮੂੜ, ਉਹ ਸਭ ਤੋਂ ਵੱਡਾ ਮੂਰਖ ਹੈ, ਜੋ ਕੁਝ ਵੀ ਭੇਦ ਪਰਮਾਤਮਾ ਦਾ ਨਹੀਂ ਜਾਣਦਾ। ਐਡਾ ਕੁ ਮੂਰਖ ਹੈ ਕਿ ਜਿਹੜਾ ਜਾਗਤ ਜੋਤ ਹੈ, ਉਸ ਨੂੰ ਤਾਕੋ ਕਰ ਪਾਹਨ ਅਨੁਮਾਨਤ। ਪਾਹਨ ਕਹਿੰਦੇ ਹਨ ਪੱਥਰ ਨੂੰ। ਉਸ ਅਕਾਲ ਪੁਰਖ ਪਰਮਾਤਮਾ ਨੂੰ ਇੱਕ ਪੱਥਰ ਦੇ ਵਿੱਚ ਹੀ ਭਗਵਾਨ ਮੰਨੀ ਜਾਂਦਾ ਹੈ। ਐਡਾ ਵੱਡਾ ਮੂਰਖ ਹੈ ਅਤੇ ਪਰਮਾਤਮਾ ਦੇ ਭੇਦ ਦੱਸਣ ਦਾ ਯਤਨ ਕਰ ਰਿਹਾ, ਜਿਸ ਨੂੰ ਇਹ ਨਹੀਂ ਪਤਾ ਕਿ ਪਰਮਾਤਮਾ ਜੀਵਤ ਹੈ, ਸਦਾ ਰਹਿਣ ਵਾਲਾ ਹੈ, ਅਤੇ ਮੈਂ ਉਸ ਨੂੰ ਇੱਕ ਨਿਰਜੀਵ ਪੱਥਰ ਦੇ ਵਿੱਚ ਰੱਖ ਸਮਝ ਰਿਹਾ ਹਾਂ। ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਮਹਾਦੇਵ ਕੋ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਚੀਨਤ ਨਹਿ ਪਿਵ। ਮਹਾਦੇਵ ਜਿਹੜਾ ਦੇਵਾਂ ਦਾ ਦੇਵ ਅਕਾਲ ਪੁਰਖ ਪਰਮਾਤਮਾ, ਇੱਥੇ ਸ਼ਿਵ ਜੀ ਨੂੰ ਮਹਾਦੇਵ ਨਹੀਂ ਲਿਖਿਆ ਗਿਆ, ਸ਼ਿਵ ਜੀ ਨੂੰ ਸ਼ਿਵ ਹੀ ਲਿਖਿਆ ਗਿਆ ਹੈ। ਮਹਾਦੇਵ ਭਾਵ ਜਿਹੜਾ ਸਾਰਿਆਂ ਦਾ ਕਰਤਾ ਹੈ, ਦੇਵਾਨ ਦੇਵ ਉਪਮਾ ਮਹਾਨ, ਜਿਹੜਾ ਦੇਵਤਿਆਂ ਦਾ ਦੇਵਤਾ ਅਕਾਲ ਪੁਰਖ ਪਰਮਾਤਮਾ ਹੈ, ਉਸ ਨੂੰ ਉਹ ਸ਼ਿਵ ਜੀ ਦੱਸੀ ਜਾਂਦਾ ਹੈ ਕਿ ਪਰਮਾਤਮਾ ਹੀ ਸ਼ਿਵ ਜੀ ਹੈ। ਅਤੇ ਨਿਰੰਕਾਰ ਕਾ ਚੀਨਤ ਨਹਿ
ਪਿਓ ਉਹ ਅਕਾਲ ਪੁਰਖ ਪਰਮਾਤਮਾ ਦੇ ਭੇਦਾਂ ਨੂੰ ਨਹੀਂ ਜਾਣ ਰਿਹਾ। ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹੇ ਤੇਤੀ। ਜਿਵੇਂ ਜਿਵੇਂ ਜਿਸ ਨੂੰ ਜਿਹੋ ਜਿਹੀ ਬੁੱਧੀ ਹੈ ਉਹ ਜਿਹਾ ਹੀ ਉਹ ਪਰਮਾਤਮਾ ਦੇ ਭਿੰਨ ਭਿੰਨ ਤੋਹੇ ਤੇਤੀ ਪਰਮਾਤਮਾ ਨੂੰ ਅਲੱਗ ਅਲੱਗ ਤਰੀਕੇ ਦੇ ਨਾਲ ਦੁਨੀਆ ਦੇ ਸਾਹਮਣੇ ਪੇਸ਼ ਕਰਦਾ ਹੈ, ਦੱਸਦਾ ਹੈ ਕਿ ਪਰਮਾਤਮਾ ਇਹੋ ਜਿਹਾ ਹੈ। ਪਰ ਕੋਈ ਵੀ ਪੂਰਨ ਤੌਰ 'ਤੇ ਪਰਮਾਤਮਾ ਨੂੰ ਨਹੀਂ ਜਾਣ ਸਕਦਾ। ਜਿਹੜੇ ਪੱਥਰ ਦੇ ਵਿੱਚ ਮੰਨਣ ਵਾਲੇ ਹਨ, ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਅੰਦਰ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਕਿ ਪੱਥਰ ਦੇ ਉੱਤੇ ਪੈਰ ਰੱਖ ਕੇ ਮੂਰਤੀ ਨੂੰ ਘੜਿਆ ਜਾਂਦਾ ਹੈ, ਅਤੇ ਜੇ ਇਹ ਮੂਰਤ ਸਾਚੀ ਹੈ ਤੇ ਘੜਨਹਾਰੇ ਖਾਓ। ਕਿ ਜੇ ਇਹ ਮੂਰਤ ਜਿਸ ਦੇ ਛਾਤੀ ਦੇ ਉੱਤੇ ਪੱਥਰ ਦੇ ਉੱਤੇ ਪੈਰ ਰੱਖ ਕੇ ਉਸ ਨੂੰ ਘੜਿਆ ਅਤੇ ਉਸ ਨੂੰ ਮੁੜ ਕੇ ਭਗਵਾਨ ਬਣਾ ਕੇ ਪੂਜਣਾ ਸ਼ੁਰੂ ਕਰ ਦਿੱਤਾ, ਅਤੇ ਜੇ ਇਹ ਬਿਲਕੁਲ ਹੀ ਸੱਚ ਭਗਵਾਨ ਹੁੰਦਾ ਅਤੇ ਫਿਰ ਜਿਹਨੇ ਇਸ ਦੀ ਛਾਤੀ ਦੇ ਉੱਤੇ ਪੈਰ ਰੱਖਿਆ ਹੋਇਆ ਸੀ ਅਤੇ ਉਸ ਨੂੰ ਤਾਂ ਮਾਰ ਦੇਣਾ ਸੀ। ਕਿਉਂਕਿ ਪਰਮਾਤਮਾ ਦੇ ਨਾਲ ਕੌਣ ਆਡਾ ਲਵੇਗਾ, ਕੌਣ ਪਰਮਾਤਮਾ ਦੀ ਛਾਤੀ 'ਤੇ ਪੈਰ ਰੱਖ ਸਕਦਾ ਹੈ। ਇਸ ਲਈ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਪਰਮਾਤਮਾ ਪੱਥਰਾਂ ਦੇ ਵਿੱਚੋਂ ਪ੍ਰਾਪਤ ਨਹੀਂ ਹੋਵੇਗਾ, ਪਰ ਜਿਹੋ ਜਿਹਾ ਜਿਸ ਨੂੰ ਗਿਆਨ ਹੈ ਉਹੋ ਜਿਹੇ ਤਰੀਕੇ ਦੇ ਨਾਲ ਉਹ ਪਰਮਾਤਮਾ ਦੇ ਬਾਰੇ ਬਿਆਨ ਕਰ ਦਿੰਦਾ ਹੈ। ਤੁਮਰਾ ਲਖਾ ਨਾ ਜਾਏ ਪਸਾਰਾ, ਕਿਹ ਵਿਦ ਸਜਾ ਪ੍ਰਥਮ ਸੰਸਾਰਾ। ਹੇ ਪ੍ਰਭੂ, ਤੇਰਾ ਪਸਾਰਾ ਕਿੱਡਾ ਵੱਡਾ ਹੈ, ਕਿੱਡਾ ਉਹ ਬੇਅੰਤ ਹੈ, ਇਸ ਨੂੰ ਪੂਰਨ ਤੌਰ 'ਤੇ ਲਿਖਿਆ ਨਹੀਂ ਜਾ ਸਕਦਾ, ਪੂਰਨ ਤੌਰ 'ਤੇ ਜਾਣਿਆ ਨਹੀਂ ਜਾ ਸਕਦਾ। ਕਿਹ ਬਿਧ ਸਜਾ ਪ੍ਰਥਮ ਸੰਸਾਰਾ, ਕਿਸ ਤਰੀਕੇ ਦੇ ਨਾਲ ਸ੍ਰਿਸ਼ਟੀ ਦੇ ਉੱਤੇ ਪਹਿਲੇ ਮਨੁੱਖ ਦੀ ਉਤਪਤੀ ਹੋਈ, ਸੰਸਾਰ ਦੀ ਉਤਪਤੀ ਹੋਈ, ਇਹ ਵੀ ਕੋਈ ਮਨੁੱਖ ਨਹੀਂ ਜਾਣ ਸਕਦਾ। ਕੋਈ ਕਹੀ ਜਾਂਦਾ ਆਦਿ ਪੁਰਖ ਆਇਆ ਸੀ, ਆਦਮ ਆਇਆ ਸੀ, ਕੋਈ ਕਹਿੰਦਾ ਬਾਂਦਰ ਤੋਂ ਬੰਦਾ ਬਣਿਆ ਹੈ, ਕੋਈ ਕਿਸੇ ਤਰੀਕੇ ਦੇ ਨਾਲ ਦੱਸ ਰਿਹਾ ਹੈ, ਪਰ ਕੋਈ ਵੀ ਪੂਰਨ ਤੌਰ 'ਤੇ ਇਹ ਨਹੀਂ ਦੱਸ ਸਕਿਆ ਕਿ ਸ੍ਰਿਸ਼ਟੀ ਦੀ ਆਰੰਭਤਾ ਕਿਸ ਤਰੀਕੇ ਦੇ ਨਾਲ ਹੋਈ ਹੈ। ਏਕੈ ਰੂਪ ਅਨੂਪ ਸਰੂਪਾ, ਰੰਕ ਭਇਓ ਰਾਵ ਕਹੀਂ ਭੂਪਾ। ਭੂਪਾ ਤੋਂ ਭਾਵ ਹੈ ਰਾਜਾ ਅਤੇ ਰੰਕ ਤੋਂ ਭਾਵ ਹੈ ਗਰੀਬ। ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਹੇ ਪ੍ਰਭੂ, ਤੂੰ ਇਸ ਸ੍ਰਿਸ਼ਟੀ ਦੀ ਜਦੋਂ ਰਚਨਾ ਕੀਤੀ ਹੈ ਅਤੇ ਆਪਣੇ ਇੱਕ ਰੂਪ ਤੋਂ ਤੂੰ ਅਨੇਕਾਂ ਹੀ ਸਰੂਪ ਬਣਾ ਦਿੱਤੇ, ਅਤੇ ਉਹਨਾਂ ਅਨੇਕਾਂ ਸਰੂਪਾਂ ਦੇ ਵਿੱਚ ਕੋਈ ਰੰਕ ਭਇਓ ਹੈ, ਭਾਵ ਕੋਈ ਗਰੀਬ ਬਣ ਗਿਆ, ਰੰਕ ਬਣ ਗਿਆ, ਰਾਵ ਕਹੀਂ ਭੂਪਾ, ਅਤੇ ਕੋਈ ਰਾਜਾ ਬਣ ਗਿਆ, ਕੋਈ ਭੂਮੀਪਤੀ ਬਣ ਗਿਆ, ਬਾਦਸ਼ਾਹ ਬਣ ਗਿਆ। ਇਹ ਸਾਰੀ ਤੇਰੀ ਰਚੀ ਹੋਈ ਸ੍ਰਿਸ਼ਟੀ ਦੇ ਵਿੱਚੋਂ ਹੀ ਜੀਵ ਅਲੱਗ ਅਲੱਗ, ਜਿਵੇਂ ਜਿਵੇਂ ਦੀ ਤੂੰ ਕਿਸੇ ਨੂੰ ਜੀਵਨ ਦੀ ਦਾਤ ਦਿੱਤੀ ਹੈ, ਉਸੇ ਤਰ੍ਹਾਂ ਦਾ ਹੀ ਜੀਵਨ ਉਸ ਨੂੰ ਪ੍ਰਾਪਤ ਹੋਇਆ ਹੈ। ਅੰਡਜ ਜੀਰਜ ਸੇ ਤਜ ਕੀਨੀ, ਉਤ ਭੁਜ ਖਾਨ ਬਹੁਰ ਰਚ ਦੀਨੀ। ਮੁੱਖ ਤੌਰ 'ਤੇ ਇਹ ਚਾਰ ਖਾਣੀਆਂ ਮੰਨੀਆਂ ਜਾਂਦੀਆਂ ਹਨ। ਅੰਡਿਆਂ ਤੋਂ ਪੈਦਾ ਹੋਣ ਵਾਲੇ ਜੀਵ, ਜੀਰ ਤੋਂ ਪੈਦਾ ਹੋਣ ਵਾਲੇ ਜੀਵ, ਜਿਸ ਦੇ ਵਿੱਚ ਅਸੀਂ ਵੀ ਆਉਂਦੇ ਹਾਂ, ਪਸ਼ੂ ਵੀ ਆਉਂਦੇ ਹਨ। ਸੇਤਜ ਸਾਡੇ ਪਸੀਨੇ ਤੋਂ ਪੈਦਾ ਹੋਣ ਵਾਲੇ, ਮੁੜਕੇ ਤੋਂ ਪੈਦਾ ਹੋਣ ਵਾਲੇ ਜੀਵ, ਕਿਰਮਜੰਤ ਅਤੇ ਉਤਪੁਜ ਜਿਹੜੇ ਬਨਸਪਤੀ ਦੇ ਵਿੱਚ ਪੈਦਾ ਹੋਣ ਵਾਲੇ ਪੇੜ ਪੌਦੇ ਹਨ, ਜੀਵ ਜੰਤੂ ਹਨ। ਉਹ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਹੇ ਪ੍ਰਭੂ, ਤੂੰ ਸੰਸਾਰ ਦੀ ਉਤਪਤੀ ਦੇ ਵਾਸਤੇ ਇਹਨਾਂ ਚਾਰਾਂ ਖਾਣੀਆਂ ਦੀ ਵੀ ਜਿਹੜੀ ਹੈ ਉਤਪਤੀ ਕੀਤੀ, ਜਿਸ ਤੋਂ ਸਾਰੀ ਸ੍ਰਿਸ਼ਟੀ ਦਾ ਜਿਹੜਾ ਹੈ ਉਹ ਵਿਸਤਾਰ ਹੋ ਰਿਹਾ ਹੈ। ਪਰ ਇਹਨਾਂ ਦੀ ਉਤਪਤੀ ਕਦੋਂ ਹੋਈ ਇਹ ਵੀ ਕਿਸੇ ਨੂੰ ਨਹੀਂ ਪਤਾ ਹੈ। ਕਹੂੰ ਫੂਲ ਰਾਜਾ ਹਵਾ ਬੈਠਾ, ਕਹੂੰ ਸਿਮਟ ਭਇਓ ਸ਼ੰਕਰ ਇਕੱਠਾ। ਸ਼ੰਕਰ ਤੋਂ ਭਾਵ ਹੈ ਸ਼ਿਵ ਜੀ, ਕਿ ਅਕਾਲ ਪੁਰਖ ਪਰਮਾਤਮਾ ਆਪਣੀ ਮੱਤ ਦੇ, ਆਪਣੇ ਭਾਣੇ ਦੇ, ਆਪਣੇ ਹੁਕਮ ਦੇ ਅਨੁਸਾਰ ਕਿਤੇ ਸਾਰੀ ਸ੍ਰਿਸ਼ਟੀ ਦੇ ਵਿੱਚ ਫੂਲ ਭਾਵ ਵੱਡਾ ਹੋ ਕੇ ਰਾਜਾ ਬਣ ਕੇ ਬੈਠ ਗਿਆ, ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ, ਅਤੇ ਕਿਤੇ ਸ਼ਿਵ ਜੀ ਦੀ ਮੂਰਤੀ ਦੇ ਵਾਂਗ ਸਾਰੀ ਸ੍ਰਿਸ਼ਟੀ ਨੂੰ ਉਸਨੇ ਸਮੇਟਿਆ ਅਤੇ ਇੱਕ ਥਾਂ 'ਤੇ ਇਕੱਲਾ ਹੋ ਕੇ ਵੀ ਬੈਠ ਜਾਂਦਾ ਹੈ। ਇਹ ਉਸਦੇ ਆਪਣੇ ਹੱਥ ਦੇ ਵਿੱਚ ਇਹ ਤਾਕਤ ਹੈ।
सगरी सृष्ट दिखाए अचंभव आद जुगाद स्वरूप स्वयंभव। ਅਸੀਂ ਪਿੱਛੇ ਚੌਪਈ ਸਾਹਿਬ ਦਾ ਪਾਠ ਜਦੋਂ ਵਿਚਾਰਿਆ ਪਹਿਲਾਂ, ਉੱਥੇ ਸਗਰੀ ਨੂੰ ਸਿਗਰੀ ਲਿਖਿਆ ਹੋਇਆ ਹੈ। ਇਸ ਲਈ ਹੁਣ ਨਿਰਣਾ ਮੈਂ ਵੀ ਕੀ ਕਰ ਸਕਦਾ, ਕਿਉਂਕਿ ਇਸੇ ਗੁਟਕਾ ਸਾਹਿਬ ਦੇ ਵਿੱਚ ਦੋ ਜਗ੍ਹਾ ਅਲੱਗ ਅਲੱਗ ਲਿਖਿਆ ਹੋਇਆ ਹੈ, ਪਰ ਇਸ ਦਾ ਉਚਾਰਨ ਜਿਹੜਾ ਹੈ ਉਹ ਸਗਰੀ ਤਾਂ ਕਰਾਂਗੇ ਤਾਂ ਵੀ ਗਲਤ ਨਹੀਂ, ਕਿਉਂਕਿ ਸਗਰੀ ਤੋਂ ਭਾਵ ਸਾਰੀ ਸ੍ਰਿਸ਼ਟੀ ਹੈ, ਅਤੇ ਸਿਗਰੀ ਲਿਖਿਆ ਹੈ ਉਸ ਦੇ ਵੀ ਜਦੋਂ ਅਸੀਂ ਅਰਥ ਕਰਾਂਗੇ ਤਾਂ ਉਸ ਦਾ ਭਾਵ ਵੀ ਇਹ ਸਗਰੀ ਹੀ ਨਿਕਲੇਗਾ, ਕਿਉਂਕਿ ਸਾਰੀ ਸ੍ਰਿਸ਼ਟੀ ਦੀ ਇੱਕ ਥਾਂ ਦੇ ਉੱਤੇ ਗੱਲ ਹੋ ਰਹੀ ਹੈ। ਅਤੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਸਾਰੀ ਸ੍ਰਿਸ਼ਟੀ ਨੂੰ ਰਚ ਕੇ, ਕਿਉਂਕਿ ਸ੍ਰਿਸ਼ਟ ਦੇ ਟੈਂਕੇ ਨੂੰ ਸਿਹਾਰੀ ਲੱਗੀ ਹੋਈ ਹੈ, ਭਾਵ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਕੇ ਪਰਮਾਤਮਾ ਨੇ ਇੱਕ ਅਚੰਭਾ ਦਿਖਾਇਆ ਹੈ, ਇੱਕ ਅਚਰਜ ਕੌਤਕ ਦਿਖਾਇਆ ਹੈ, ਅਤੇ ਆਦਿ ਜੁਗਾਦ ਸਰੂਪ ਸਵਯੰਭਵ। ਸਵਯੰਭਵ ਤੋਂ ਭਾਵ ਹੈ ਆਪਣੇ ਆਪ ਤੋਂ ਪੈਦਾ ਹੋਇਆ, ਆਦਿ ਤੋਂ ਭਾਵ ਹੈ ਮੁੱਢ ਕਾਲ ਤੋਂ ਵੀ ਉਹ ਪਹਿਲਾਂ ਦਾ ਹੈ, ਜੁਗਾਦ ਦੇ ਦੱਦੇ ਨੂੰ ਸਿਹਾਰੀ ਹੈ, ਭਾਵ ਜੁਗਾਂ ਤੋਂ ਵੀ ਪਹਿਲਾਂ ਉਸਦਾ ਸਰੂਪ ਬਣਿਆ ਹੈ। ਪਰ ਸਰੂਪ ਬਣਿਆ ਕਿੱਦਾਂ? ਸਵਯੰਭਵ, ਉਹ ਆਪਣੇ ਆਪੇ ਤੋਂ ਪੈਦਾ ਹੋਇਆ ਹੈ। ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗਰੋ। ਹੇ ਪ੍ਰਭੂ ਜੀ ਕਿਰਪਾ ਕਰੋ, ਹੁਣ ਤੁਸੀਂ ਮੇਰੀ ਰੱਖਿਆ ਕਰੋ, ਸਾਡੀ ਜੀਵਾਂ ਦੀ ਰੱਖਿਆ ਕਰਨੀ ਕਰੋ। ਜਿਹੜੇ ਤੁਹਾਡੇ ਸਿੱਖ ਸੇਵਕ ਹਨ ਉਹਨਾਂ ਨੂੰ ਤੁਸੀਂ ਉਬਾਰ ਲਓ, ਭਾਵ ਉਹਨਾਂ ਦੀ ਰੱਖਿਆ ਕਰੋ, ਅਤੇ ਜਿਹੜੇ ਅਸਿੱਖ ਭਾਵ ਦੁਸ਼ਟ ਹਨ, ਜਿਹੜੇ ਦੁਨੀਆ ਦੇ ਉੱਤੇ ਜ਼ੁਲਮ ਕਰਨ ਵਾਲੇ ਹਨ, ਉਹਨਾਂ ਦਾ ਸੰਘਾਰ ਕਰ ਦਿਓ, ਉਹਨਾਂ ਨੂੰ ਸੰਘਾਰ ਲਓ। ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਘਾਤਾ। ਜਿੰਨੇ ਵੀ ਦੁਸ਼ਟ ਲੋਕ ਹਨ, ਜ਼ੁਲਮੀ ਲੋਕ ਹਨ, ਜਿਹੜੇ ਉਤਪਾਤ ਮਚਾਉਣ ਵਾਲੇ ਹਨ, ਉਪਦਰਵ ਮਚਾਉਣ ਵਾਲੇ ਹਨ, ਉਹਨਾਂ ਸਾਰਿਆਂ ਨੂੰ, ਮਲੇਸ਼ਾਂ ਨੂੰ, ਦੁਸ਼ਮਣਾਂ ਨੂੰ, ਦੁਸ਼ਟਾਂ ਨੂੰ ਤੁਸੀਂ ਰਣਘਾਤਾ ਜੰਗ ਦੇ ਮੈਦਾਨ ਦੇ ਵਿੱਚ ਜਿਵੇਂ ਦੁਸ਼ਮਣ ਨੂੰ ਮਾਰੀਦਾ ਹੈ, ਇਸੇ ਤਰ੍ਹਾਂ ਤੁਹਾਡੀ ਲੁਕਾਈ ਦੇ ਜਿਹੜੇ ਦੁਸ਼ਮਣ ਹਨ, ਤੁਹਾਡੇ ਸੇਵਕਾਂ ਦੇ ਜਿਹੜੇ ਜ਼ੁਲਮ ਕਰਨ ਵਾਲੇ ਹਨ, ਉਹਨਾਂ ਦਾ ਤੁਸੀਂ ਨਾਸ਼ ਕਰ ਦਿਓ। ਜੇ ਅਸ ਤੁਜ ਤਵ ਸ਼ਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹਵੈ ਮਰੇ। ਹੇ ਅਸ ਤੁਜ ਖੜਗ ਧਾਰੀ, ਹੇ ਸ਼ਸਤਰ ਰੂਪੀ ਝੰਡੇ ਵਾਲੇ ਪ੍ਰਭੂ, ਜਿਹੜੇ ਜੀਵ ਤੁਹਾਡੀ ਸ਼ਰਨ ਦੇ ਵਿੱਚ ਪੈਂਦੇ ਹਨ, ਤੁਸੀਂ ਉਹਨਾਂ ਦੇ ਦੁੱਖਾਂ ਦਾ, ਉਹਨਾਂ ਦੇ ਦੁਸ਼ਮਣਾਂ ਦਾ ਨਾਸ਼ ਕਰਨ ਵਾਲੇ ਹੋ। ਪੁਰਖ ਜਵਨ ਪੱਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ। ਜਿਹੜੇ ਤੁਹਾਡੀ ਸ਼ਰਨ ਦੇ ਵਿੱਚ, ਤੁਹਾਡੇ ਪੈਰਾਂ ਦੇ ਵਿੱਚ, ਚਰਨਾਂ ਦੇ ਨਾਲ ਜੁੜ ਜਾਂਦੇ ਹਨ, ਤੁਸੀਂ ਉਹਨਾਂ ਦੇ ਸਾਰੇ ਹੀ ਸੰਕਟ ਜਿਹੜੇ ਹਨ ਉਹ ਦੂਰ ਕਰ ਦਿੰਦੇ ਹੋ। ਜੋ ਕਲ ਕੋ ਇੱਕ ਵਾਰ ਤੇ ਐ ਹੈ, ਜਿਹੜੇ ਤੁਹਾਨੂੰ ਇੱਕ ਵਾਰ ਵੀ ਜਪਦੇ ਹਨ ਭਾਵਨਾ ਕਰਕੇ, ਪ੍ਰੇਮ ਕਰਕੇ, ਤਾਂ ਕਿ ਕਾਲ ਨਿਕਟਨੇ ਐ, ਉਹਨਾਂ ਦੇ ਨੇੜੇ ਕਾਲ ਭਾਵ ਮੌਤ ਦਾ ਡਰ ਨਹੀਂ ਆਉਂਦਾ। ਰੱਛਾ ਹੋਏ ਤਾਹੇ ਸਭ ਕਾਲਾ, ਉਹਨਾਂ ਦੀ ਹਰ ਕਾਲ ਦੇ ਵਿੱਚ, ਹਰ ਸਮੇਂ ਦੇ ਵਿੱਚ ਰੱਖਿਆ ਕਰਦੇ ਹੋ। ਦੁਸ਼ਟ ਅਰਿਸ਼ਟ ਟਰੇ ਤਤਕਾਲਾ, ਉਹਨਾਂ ਦੇ ਦੁਸ਼ਟਾਂ ਨੂੰ, ਉਹਨਾਂ ਦੇ ਦੁਖੀਆਂ ਨੂੰ ਅਤੇ ਉਹਨਾਂ ਦੇ ਕਲ ਕਲੇਸ਼ਾਂ ਨੂੰ ਤੁਸੀਂ ਤੁਰੰਤ ਹੀ ਟਰਨ ਵਾਲੇ ਹੋ, ਭਾਵ ਉਹਨਾਂ ਨੂੰ ਨਾਸ਼ ਕਰਨ ਵਾਲੇ ਹੋ। ਕਿਰਪਾ ਦ੍ਰਿਸ਼ਟ ਧਨ ਜਾਹੇ ਨਿਹਰ ਹੋ। ਹੇ ਪ੍ਰਭੂ, ਜਿਨ੍ਹਾਂ ਦੇ ਉੱਤੇ ਤੁਹਾਡੀ ਕਿਰਪਾ ਦ੍ਰਿਸ਼ਟੀ ਪੈ ਜਾਂਦੀ ਹੈ, ਤੁਸੀਂ ਮਿਹਰ ਦੀ ਨਿਗਾਹ ਕਰ ਦਿੰਦੇ ਹੋ, ਤਾਂ ਕਿ ਤਾਪ ਤਨਕ ਮੋਹ ਹਰ, ਉਹਨਾਂ ਦੇ ਜੀਵਨ ਦੇ ਦੁੱਖ ਕਲੇਸ਼ ਤੁਸੀਂ ਤਨਕ ਮਾਤਰ ਸਮੇਂ ਦੇ ਵਿੱਚ ਹੀ ਹਰ ਲੈਂਦੇ ਹੋ। ਰਿੱਧ ਸਿੱਧ ਘਰਮੋਂ ਸਭ ਹੋਈ, ਉਹਨਾਂ ਦੇ ਘਰ ਦੇ ਵਿੱਚ, ਤੁਹਾਡੇ ਘਰ ਦੇ ਵਿੱਚ ਸਾਰੀਆਂ ਰਿੱਧੀਆਂ ਸਿੱਧੀਆਂ ਹਨ, ਅਤੇ ਤੁਸੀਂ ਆਪਣੇ ਸੇਵਕਾਂ ਨੂੰ ਦੇਣ ਵਾਲੇ ਹੋ। ਦੁਸ਼ਟ ਸ਼ਾਹ ਸ਼ਵ ਸਕੈ ਨਾ ਕੋਈ, ਉਹਨਾਂ ਤੁਹਾਡੇ ਸੇਵਕਾਂ ਨੂੰ ਕੋਈ ਦੁਸ਼ਟ, ਕੋਈ ਜ਼ੁਲਮੀ ਬੰਦਾ ਛੂਹ ਵੀ ਨਹੀਂ ਸਕਦਾ, ਭਾਵ ਉਹਨਾਂ ਦਾ ਕੋਈ ਵੀ ਕੁਝ ਵਿਗਾੜ ਨਹੀਂ ਸਕਦਾ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ। 23 ਪੌੜੀਆਂ ਤੱਕ ਆਪਾਂ ਅੱਜ ਰਲ ਮਿਲ ਕਰਕੇ ਵਿਚਾਰ ਕੀਤੀ ਹੈ। ਆਓ ਇਹਨਾਂ ਦਾ ਪਾਠ ਕਰੀਏ, ਫਿਰ ਸਮਾਪਤੀ ਹੈ ਜੀ। ਜਬ ਉਦ ਕਰਕ ਕਰਾ ਕਰ ਤਾਰਾ,
प्रजा धरत तब देह अपारा। जब आकर्ख करत हो कबहूँ, तुम मैं मिलत देह धर सबहूँ। जीते बदन सृष्ट सब धारै, आप आपनी बूझ उचारै। तुम सब ही ते रहत निरालम, जानत वेद भेद अर आलम। निरहंकार निर्विकार निर्लंब, आद अनीर अनाद असंभ। ताका मूढ़ उचारत भेदा, जाको भेव न पावत बेदा। ताको कर पाहन अनुमानत, महामूढ़ कछ भेद न जानत। महादेव को कहत सदा शिव, निरंकार का चीनत न पिव। आप आपनी बुद्ध है जेती, वर्णत भिन्न भिन्न तोह तेती। तुमरा लखा न जाए पसारा, किह विद सजा प्रथम संसारा। एक रूप अनूप स्वरूपा, रंग भयो राव कहीं भूपा। अंडज जेरज से तज कीनी, उत भुज खान बौर रच दीनी। कहूँ फूल राजा हवै बैठा, कहूँ फूल राजा हवै बैठा। कहूँ सिमट भव शंकर इकैठा। सगरी सृष्ट दिखाए अचंपव, आद जुगाद स्वरूप स्वयं भव। अब रक्षा मेरी तुम करो, सिख उबार असिख संगरो। दुष्ट जिते उठवत उत्पाता, सकल मलेश करो रण घाता। जे अस्तुज तब शरणी परे, तिनके दुष्ट दुखत हवै मरे। तिनके दुष्ट दुखत हवै मरे। पुरख जवन पग परे तिहारे, तिनके तुम संकट सब टारे। जो कल को एक बार ते हैं, ताकि काल निकट नह हैं। रक्षा होए ताहे सब काला, दुष्ट अरिष्ट टरें तत्काला। कृपा दृष्ट तन जाहिन हर हो, ताकि ताप तनक मोह हर हो। रिद्ध सिद्ध कर्मो सब होई, दुष्ट शाश्व सकै न कोई। दुष्ट शाश्व सकै न कोई। वाहिगुरु जी का खालसा, वाहिगुरु जी की फतेह।